वाहिगुरू जी का खालसा वाहिगुरू जी की सिमरनजीत सिंह मान हाजिर है। हुण तुसीं तफ्तीश ते सवाल पुछ सकदे हो। मान साहब 15 साल बाद फिर सतगुरु ने कृपा की ਆਪਾਂ ਭਾਰੀ ਬਹੁਮਤ ਨਾਲ ਜਿੱਤੇ ਆ। ਕੌਮ ਦੇ ਬੜੇ ਮਸਲੇ ਹੈਗੇ ਨੇ, ਕੀ ਕਹਿਣਾ ਚਾਹੋਗੇ? ਵਿਧਾਨ ਸਭਾ ਦੀ ਕਿਹੜੇ ਲੋਕ ਸਭਾ ਦੀ ਕਿਹੜੇ ਇੱਕ ਤਾਂ SCPC ਦੇ ਇਲੈਕਸ਼ਨਸ ਹੈਗੇ ਹੈ ਜਿਹੜੇ 11 ਸਾਲਾਂ ਤੋਂ ਨਹੀਂ ਹੋਏ। ਬਰਗਾੜੀ ਦਾ ਮਸਲਾ ਹੈਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕੇਸ ਰਜਿਸਟਰ ਹੋਇਆ ਸੀ। ਬਾਦਲ ਸਾਹਿਬ ਦੀ हुकूमत सी उस वेले। हुण आम आदमी पार्टी की हुकूमत आ गई है, पर जिहड़े सिखां दे मसले हैगे 328 सरूप जिहड़े SCPC ने खुर्द-बुर्द करते हैं ते पंजाब दा बॉर्डर नहीं खुल रहा इंटरनेशनल ट्रेड दे नाल लई। ਇਹ ਸਾਰੀਆਂ ਬਹੁਤ ਵੱਡੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਕਰਨ ਵਾਲੀਆਂ ਹੈਗੀਆਂ ਸਿੱਖਾਂ ਦੇ ਮਸਲੇ। ਔਰ ਪੰਜਾਬ ਦੇ ਮਸਲੇ ਵੀ ਹੈਗੇ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣਾ ਚਾਹੁੰਦੀ ਹੈ ਚੰਡੀਗੜ੍ਹ 'ਚ, ਉਹ ਅਸੀਂ ਨਹੀਂ ਬਣਨ ਦੇਣੀ ਚਾਹੁੰਦੇ। ਫਿਰ ਸਰਕਾਰ 780 ਕਰੋੜ ਰੁਪਈਆ ਲਾ ਰਹੀ ਹੈ ਰਾਜਸਥਾਨ ਕਨੈਲ ਦੀ ਲਾਈਨਿੰਗ ਕਰਨ ਲਈ, ਕੰਕਰੀਟ ਲਾਉਣ ਦੇ ਲਈ। ਜਦੋਂ ਸਾਨੂੰ ਪਾਣੀ ਨਹੀਂ ਮਿਲਦਾ ਰਾਜਸਥਾਨ ਕਨੈਲ ਤੋਂ, ਫਿਰ ਸਾਡੀ ਸਰਕਾਰ ਇੰਨਾ ਪੈਸਾ ਕਾਹਦੇ ਲਈ ਲਾ ਰਹੀ ਹੈ? ਆਮ ਪਾਰਟੀ ਦੀ ਪਾਲਿਸੀ ਹੈ ਮੁਹੱਲਿਆਂ ਦੇ ਵਿੱਚ ਸਕੂਲ ਤੇ ਹਸਪੀਟਲ ਤਕੜੇ ਕਰਨੇ, ਉੱਧਰਲੇ ਪਾਸੇ ਪੈਸਾ ਲੱਗੇ, ਜਿਹੜੇ ਸਾਡੇ ਬੱਚੇ ਪੜ੍ਹ ਲਿਖ ਸਕਣ, ਜਿਹੜੇ ਬਿਮਾਰ ਹੈ ਉਹਨਾਂ ਦੀ ਦਵਾਈ ਬੂਟੀ ਹੁੰਦੀ ਰਹੇ। ਇਹ ਸਾਰੇ ਵੱਡੇ ਵੱਡੇ ਮਸਲੇ ਹੈ ਜਿਹੜੇ ਪੰਜਾਬ ਦੇ ਹੈ। ਅਤੇ ਇਹ 1984 ਦਾ ਜਿਹੜਾ ਇਹ ਜਬਰ ਜਨਾਹ ਵੀ ਹੋਇਆ ਸਾਡੇ ਉੱਤੇ, ਸਾਡੀ ਕੌਮ ਦੇ ਉੱਤੇ ਨਸਲਕੁਸ਼ੀ ਵੀ ਕੀਤੀ ਗਈ, ਅਜੇ ਤੱਕ ਉਹਦਾ ਜਵਾਬ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਨਹੀਂ ਹੈ ਕਿ ਇਹ ਠੀਕ ਸੀਗਾ ਕਿ ਨਹੀਂ ਠੀਕ ਸੀ। जद कि अमेरिका के कई स्टेट्स ने मते पास करते हैं कि ये जेनोसाइड ते नस्लकुशी सिखां दी होई है। ये सारे इंटरनेशनल मसले हैगे है जिहड़े असीं हल करना चाहुंदे हैं। पाकिस्तान दे नाल साडी बॉर्डर खुले, साडे मिस्त्री सिंह जिहड़े कमाइनां बनाउंदे है, मशीनां बनाउंदे है, ਉਹ ਤੁਹਾਨੂੰ ਪਤਾ ਹੈ ਜੇ ਬਟਾਲੇ ਤੋਂ ਬਣਦੀ ਹੈ ਅਤੇ ਪਹਿਲਾਂ ਦਿੱਲੀ ਟਰੱਕ 'ਚ ਜਾਂਦੀ ਹੈ, ਦਿੱਲੀ ਤੋਂ ਗੁਜਰਾਤ ਜਾਂਦੀ ਹੈ, ਗੁਜਰਾਤ ਤੋਂ ਕਰਾਚੀ, ਕਰਾਚੀ ਤੋਂ ਲਾਹੌਰ ਅਤੇ ਲਾਹੌਰ ਤੋਂ ਫਿਰ ਬਟਾਲੇ ਦੇ ਨਾਲ ਜਿਹੜਾ ਇਲਾਕਾ ਲੱਗਦਾ ਸਿਆਲਕੋਟ ਦਾ ਉੱਥੇ ਆ ਜਾਂਦੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਵਿੱਚ ਘਾਟ ਹੈਗੀ ਹੈ ਕਣਕ ਦੀ ਅਤੇ ਸਾਡੇ ਭੰਡਾਰ ਭਰੇ ਪਏ ਹੈ। ਅਸੀਂ ਕਿਉਂ ਨਹੀਂ ਪਾਕਿਸਤਾਨ ਨੂੰ ਆਪਣੇ ਜਿਹੜੇ ਕਿਸਾਨ ਮਜ਼ਦੂਰ ਹੈ ਉਹ ਕਿਉਂ ਨਹੀਂ ਵੇਚ ਸਕਦੇ ਹੈਗੇ? ਸੋ ਇਹ ਸਾਰੇ ਵੱਡੇ ਵੱਡੇ ਮਸਲੇ ਹੈ ਕਿ ਸਾਡੇ ਉੱਤੇ ਸ਼ੱਕ ਕੀਤਾ ਜਾਂਦਾ ਸਿੱਖ ਕੌਮ ਦੇ ਉੱਤੇ। ਅਤੇ ਹਮੇਸ਼ਾ ਜਿਹੜੀ ਵੀ ਦਿੱਲੀ ਦੇ ਨਾਲ ਸੰਬੰਧ ਰੱਖਦੀ ਹੈ ਪਾਰਟੀ, ਉਹਦਾ ਸਿਆਸਤ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ। ਹੁਣ ਆਮ ਆਦਮੀ ਪਾਰਟੀ ਪਾਣੀਆਂ ਦੇ ਮਸਲੇ ਦੇ ਉੱਤੇ ਨਹੀਂ ਬੋਲ ਸਕਦੀ, ਕਿਉਂ ਕਰਕੇ ਉਸ ਨੇ ਕਾਂਗਰਸ ਪਾਰਟੀ ਨੇ, BJP ਨੇ, ਬਾਦਲ ਦਲ ਨੇ ਇਹ ਪਾਣੀ ਰਾਜਸਥਾਨ 'ਚ ਵੀ ਦੇਣੀ ਹੈ, ਜਦ ਕਿ ਉਹਨਾਂ ਦਾ ਕਾਨੂੰਨੀ ਹੱਕ ਹੈ ਨਹੀਂ ਗਾ ਰਿਪੇਰੀਅਨ ਲਾਅ ਦੇ ਮੁਤਾਬਕ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਫਤਾਂ ਜਿਹੜੀਆਂ ਪੰਜਾਬ ਝੱਲ ਰਿਹਾ ਇਹ ਸਾਰੀਆਂ ਕਰਾਂਗੇ। ਹੋਰ ਬਾਕੀ ਦੀਆਂ ਜਿਹੜੀਆਂ ਤੁਸੀਂ ਦੱਸ ਦੋਗੇ ਉਹ ਵੀ ਕਰ ਲਵਾਂਗੇ। ਅਤੇ ਅੱਜ 559 दिन हो गए है साडा मोर्चा बरगाड़ी का लग्या होया। पूरे 559 दिन हो गए, पर अजे तक कैप्टन अमरिंदर सिंह ने गुटका चक के, गुटका साहब चक के सौंह चक्की सी। फिर कांग्रेस की दूजी सरकार आई, चन्नी साहब की, उन्होंने कहा असीं हल करांगे। हुण आम आदमी पार्टी की आई है, उन्होंने रिपोर्ट दी है, ਉਹਦੇ ਵਿੱਚ ਬਰਗਾੜੀ ਦੇ ਬਾਰੇ ਤਾਂ ਕੁਛ ਦੱਸਿਆ, ਪਰ ਜਿਹੜੇ ਨਾਲ ਪਿੰਡ ਇੱਥੇ 2 ਸ਼ਹੀਦ ਕੀਤੇ ਗਏ ਹੈ
ਪਿੰਡ ਇਹ ਆਪਣਾ ਜਵਾਰ ਇਹ ਬਾਈਬਲ ਕਲਾਂ ਤੇ ਜਵਾਰ ਸਿੰਘ ਵਾਲੇ ਜਿਹੜੀ ਬੇਅਦਬੀ ਹੋਈ ਆ ਉਹਦੇ ਬਾਰੇ ਤਾਂ ਕੁਝ ਦੱਸਿਆ ਨਹੀਂ, ਨਾ ਕੋਟਕਪੂਰੇ ਬਾਰੇ ਦੱਸਿਆ ਹੈਗਾ। ਤੇ ਜਿਹੜੇ ਸਾਡੇ ਹਾਈ ਕੋਰਟ ਦੇ ਜੱਜ ਹੈ, ਸਾਗਵਾਨ ਹੈ, ਫਿਰ ਇੱਕ ਬਜਾਜ ਹੈ, ਇੱਕ ਸਰਾਵਤ ਹੈ, ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੇ ਖਿਲਾਫ ਇਹੋ ਜਿਹੇ ਫੈਸਲੇ ਲੈ ਰਹੇ ਹੈ ਕਿ ਇਹ ਕੇਸ ਨੂੰ ਚੱਲਣ ਹੀ ਨਹੀਂ ਦਿੰਦੇ ਅੱਗੇ। ਸੋ ਅਸੀਂ ਵੱਸ ਆਏ ਹੋਏ ਹਾਂ ਬਹੁਤ ਰੈਡੀਕਲਾਈਜ਼ਡ ਐਕਸਟ੍ਰੀਮਿਸਟ ਹਕੂਮਤ ਦੇ, ਜਿਹੜੀ ਕਿ ਘੱਟ ਗਿਣਤੀਆਂ ਨੂੰ ਰਗੜਾ ਲਾਉਣਾ ਚਾਹੁੰਦੀ ਹੈ। ਔਰ ਇਹ ਗੱਲਾਂ ਕਰਨੀਆਂ ਪੈਣੀਆਂ ਕਿ ਹੁਣ ਬੀਜੇਪੀ ਕਹਿੰਦੀ ਹੈ 30-40 ਸਾਲ ਅਸੀਂ ਇੱਥੇ ਸਰਕਾਰ ਬਣਾ ਕੇ ਰੱਖਣੀ ਹੈ। ਤੇ ਫਿਰ ਮੈਂ ਪੁੱਛਣਾ ਚਾਹੁੰਦਾ ਜਿਹੜੀਆਂ ਘੱਟ ਗਿਣਤੀਆਂ ਕਿ ਉਹ ਕਿੱਥੇ ਜਾਣਗੀਆਂ? ਐਮਨੈਸਟੀ ਇੰਟਰਨੈਸ਼ਨਲ ਨੂੰ ਇੰਡੀਆ 'ਚੋਂ ਬਾਹਰ ਕੱਢ ਦਿੱਤਾ ਗਿਆ। ਜਿਹੜੀ ਵੀ ਕੋਈ ਸੰਸਥਾ ਘੱਟ ਗਿਣਤੀਆਂ ਦੀ ਗੱਲ ਕਰਦੀ ਹੈ ਉਹਦੇ ਉੱਤੇ ਵਾਰ ਕਰਦੇ ਹੈ। ਤੇ ਬੀਜੇਪੀ ਦੀ ਜਿਹੜੀ ਪਾਲਿਸੀ ਮਿਸ ਸ਼ਰਮਾ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਅਪਸ਼ਬਦ ਇਸਤੇਮਾਲ ਕੀਤੇ ਹੈ, ਉਹ ਤਾਂ RSS ਦੀ ਸੋਚ ਹੈ, ਉਸ ਨੂੰ ਉਸਨੇ ਪ੍ਰਗਟ ਕੀਤਾ ਹੈਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੀ ਘਾਤਕ ਸੋਚ ਜਿਹਦੇ ਨਾਲ ਸਾਰੇ ਇਸਲਾਮਿਕ ਮੁਲਕਾਂ ਦੇ ਨਾਲ ਨਿਰਾਸ਼ਤਾ ਬਣ ਜੇ ਤੇ ਉਹ ਤੇਲ ਬੰਦ ਕਰ ਦੇਣ, ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਕਸ਼ਮੀਰ ਦੀ ਇੱਕ ਪੁਲਿਟਜ਼ਰ ਪ੍ਰਾਈਜ਼ ਵਿਨਿੰਗ ਲੇਡੀ ਹੈ ਜਿਹਨੇ ਕੈਮਰੇ ਦੇ ਨਾਲ ਇਹੋ ਜਿਹੀਆਂ ਫੋਟੋਆਂ ਖਿੱਚੀਆਂ ਕਿ ਅਮਰੀਕਾ ਦਾ ਸਭ ਤੋਂ ਟੌਪ ਦਾ ਨਾਮ ਉਹਨੂੰ ਮਿਲਿਆ। ਉਹਨੇ ਪੈਰਿਸ ਜਾਣਾ ਸੀਗਾ ਮੀਟਿੰਗ ਦੇ ਲਈ, ਉਹਦਾ ਬਾਹਰ ਜਾਣਾ ਬੰਦ ਕਰਤਾ ਕਿਉਂ ਕਰਕੇ ਉਹ ਮੁਸਲਮਾਨ ਹੈ। ਫਿਰ ਇੱਕ ਲਖਾਰੀ ਹੈ, ਉਸ ਨੂੰ ਵੀ ਅੰਦਰ ਕੀਤਾ ਮੁਸਲਮਾਨ ਨੂੰ। ਤੇ ਮੁਸਲਮਾਨਾਂ ਦੇ ਘਰ ਢਾਈ ਜਾਂਦੇ ਆ ਬੁਲਡੋਜ਼ਰਾਂ ਦੇ ਨਾਲ। ਮੱਧ ਪ੍ਰਦੇਸ਼ 'ਚ ਵੀ ਹੋਇਆ, ਫਿਰ ਹਰਿਆਣੇ 'ਚ ਵੀ ਹੋਇਆ, ਯੂਪੀ ਦਿੱਲੀ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਮੁਸੀਬਤਾਂ ਸਾਡੇ ਉੱਤੇ ਕਸ਼ਮੀਰ ਦੇ ਵਿੱਚ ਕਾਨੂੰਨ ਇਹੋ ਜਿਹੇ ਅਫਸਵਾ ਲਾਤਾ ਜਿਹਦੇ ਹੇਠ ਮਿਲਟਰੀ ਕਿਸੇ ਨੂੰ ਵੀ ਮਾਰ ਸਕਦੀ ਹੈ, ਕਿਸੇ ਦੀ ਜਾਨ ਖੋ ਸਕਦੀ ਹੈ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀ ਹੈ, ਕਿਸੇ ਨੂੰ ਲੁਕੋ ਕੇ ਰੱਖ ਸਕਦੀ ਹੈ, ਪਰ ਉਹਦੇ ਖਿਲਾਫ ਕਾਨੂੰਨ ਐਕਸ਼ਨ ਹੀ ਨਹੀਂ ਲੈਂਦਾ। ਤੇ ਸਾਡੀ ਸੁਪਰੀਮ ਕੋਰਟ ਜਿਹੜੀ ਰਖਵਾਲੀ ਹੈ ਸੰਵਿਧਾਨ ਦੀ, ਉਹ ਵੀ ਮੂੰਹ ਦੇ ਅੱਗੇ ਇਹ ਉਂਗਲ ਲਈ ਬੈਠੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਹਿੰਦੂ ਰਾਸ਼ਟਰ ਵੱਲ ਚੱਲ ਪਈਆਂ। ਜਿਵੇਂ ਸੁਪਰੀਮ ਕੋਰਟ ਨੇ ਫੈਸਲੇ ਕਰਤੇ ਹੈ ਕਿ ਬਬਰੀ ਮਸਜਿਦ ਇੱਕ ਰਾਮ ਮੰਦਰ ਸੀਗਾ ਤੇ ਜਿਹੜਾ ਗੋਗੋਈ ਜੱਜ ਸੀ ਉਸ ਨੂੰ ਬਰਾਈਬਰੀ ਦੇਤੀ, ਉਸ ਨੂੰ ਖਰੀਦ ਲਿਆ। ਉਹਦੇ 'ਤੇ ਜਿਹੜੀ ਤੁਹਮਤ ਲੱਗਦੀ ਸੀ ਕਿ ਬੀਬੀ ਨੂੰ ਛੇੜਨ ਦੀ, ਉਹ ਵੀ ਮਾਫ ਕਰਤੀ। ਫਿਰ ਹੁਣ ਜਿਹੜੇ 2002 ਦੇ ਵਿੱਚ ਕਤਲੇਆਮ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਹੋਇਆ, ਉਹ ਵੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹਦੇ 'ਚ ਨਰਿੰਦਰ ਮੋਦੀ ਦਾ ਹੱਥ ਹੈ ਨਹੀਂ ਸੀਗਾ। ਜੇ ਨਹੀਂ ਸੀਗਾ ਹੱਥ ਕਿਹਦਾ ਹੱਥ ਸੀਗਾ? ਫਿਰ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਕਿਉਂ ਮਾਰੀ ਜਾਂਦੇ? ਕੌਣ ਮਾਰੀ ਜਾਂਦਾ? ਇਹ ਤਾਂ ਸਾਰੀਆਂ ਚੀਜ਼ਾਂ ਪੁੱਛਣ ਵਾਲੀਆਂ ਸਾਰੇ ਪਾਸੇ ਪਾਰਲੀਮੈਂਟ ਦੇ ਵਿੱਚ, ਤੁਹਾਡੇ ਕੋਲੇ ਵੀ, ਕਿ ਇਹ ਪ੍ਰੈਸ ਦੇ ਉੱਤੇ ਵੀ ਜਿੰਦੇ ਲਾਏ ਹੋਏ ਹੈ। ਹੁਣ ਮੈਨੂੰ 20 ਸਾਲ ਤੋਂ ਜਿੰਨੇ ਵੀ ਅੰਗਰੇਜ਼ੀ ਪੇਪਰ ਹੈ ਉਹ ਮੇਰਾ ਬਿਆਨ ਹੀ ਨਹੀਂ ਲਾ ਰਹੇ। ਇਹ ਤਾਂ ਜਿਹੜੀ ਸੈਂਸਰਸ਼ਿਪ ਹਿੰਦੂਤਵਾ ਦੀ ਚੱਲ ਪਈ ਹੈ, ਜਿਹੜੀ ਪ੍ਰੈਸ ਦੇ ਵਿੱਚ ਹਿੰਦੂਤਵਾ ਆ ਗਈ ਹੈ, ਜਿੱਥੇ ਪ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਇਹ ਤਾਂ ਬਹੁਤ ਖਤਰਨਾਕ ਗੱਲ ਹੈਗੀ ਹੈ ਕਿ ਪ੍ਰੈਸ ਵੀ ਹਿੰਦੂਤਵਾ ਦੀ ਗੱਲ ਕਰਦੀ ਹੈ, ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਮਿਨੋਰਿਟੀਜ਼ ਦੀ ਗੱਲ ਕਰਨ ਤੋਂ ਹਟ ਗਏ ਆ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਪਾਰਲੀਮੈਂਟ ਦੇ ਵਿੱਚ ਕਹਿਣ ਵਾਲੀਆਂ, ਤੇ ਇਹ ਅਸੀਂ ਉੱਥੇ ਜਾ ਕੇ ਕਰਾਂਗੇ। ਤੇ ਆਮ ਆਦਮੀ ਪਾਰਟੀ ਠੀਕ ਹੈ, ਉਹਨਾਂ ਦਾ ਕੁਛ ਨਾ ਕੁਛ ਪਾਲਿਸੀ ਹੋਊਗਾ, ਪਰ ਜਿਹੜੇ ਵੀ ਪੰਜਾਬ ਦੇ ਪਾਣੀ ਹੈ, ਰਿਪੇਰੀਅਨ ਕਾਨੂੰਨ ਹੈ, ਉਹਦੇ ਉਲਟ ਚੱਲ ਰਹੀ ਹੈ ਕਿ ਪਾਣੀ ਉੱਧਰ ਦੇਣਾ। ਹੁਣ 800 ਕਰੋੜ ਰੁਪਈਆ ਰਾਜਸਥਾਨ ਕਨੈਲ ਦੇ ਉੱਤੇ ਉਹਨੂੰ ਸੀਮੈਂਟ ਲਾਉਣ ਲਈ ਲੱਗ ਰਿਹਾ ਹੈ। ਉਹਦਾ ਮਤਲਬ ਕੀ ਹੈ? ਪੰਜਾਬ ਕਿਉਂ ਪੈਸਾ ਦੇਵੇ ਜਦੋਂ ਸਾਨੂੰ ਤਾਂ ਬੂੰਦ ਨਹੀਂ ਮਿਲਦੀ ਹੈਗੀ ਇੱਕ ਵੀ। ਤੇ ਅਜੇ ਤੱਕ
ਆਪਣਾ ਸਿੱਧੂ ਸਾਹਿਬ ਹੈ, ਮੂਸੇਵਾਲ ਸਾਹਿਬ ਹੈ, ਇਹਨਾਂ ਦੇ ਕਤਲ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਵੇਂ ਕਤਲ ਹੋਏ ਹੈ, ਕਿੰਨਾ ਚਿਰ ਹੋ ਗਿਆ ਹੈ। ਦਿੱਲੀ ਪੁਲਿਸ ਬੰਦਿਆਂ ਨੂੰ ਫੜੀ ਜਾਂਦੀ ਹੈ ਤੇ ਪੰਜਾਬ ਦੀ ਪੁਲਿਸ ਕਿਉਂ ਨਹੀਂ ਫੜੀ ਜਾ ਰਹੀ? ਕਿਉਂ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਵਿਡਰਾਅ ਕਰ ਦਿਓ। ਇਹਦਾ ਮਤਲਬ ਹੈ ਕਿ ਇਹ ਜਿਹੜੀ ਚੀਜ਼ ਹੈ, ਜਿਹੜਾ ਮੂਸੇਵਾਲ ਦਾ ਕਤਲ ਹੋਇਆ ਹੈ, ਇਹ ਸ਼ੁਰੂ ਤਾਂ ਹੁੰਦਾ ਉਸ ਪਿੰਡ, ਕੀ ਨਾਂ ਉਹਦਾ ਇਹ? ਹਾਂ ਮੂਸਾ ਜੀ ਨਹੀਂ ਯਾਰ, ਇਹ ਮਿੱਡੂ ਖੇੜੇ ਤੋਂ। ਮਿੱਡੂ ਖੇੜੇ ਦੇ ਵਿੱਚ ਬਾਦਲਾਂ ਦਾ ਹੱਥ ਹੈ। ਉਹ ਉਹਨਾਂ ਦਾ ਸੈਕਟਰੀ ਸੀ ਜਿਹੜਾ ਮਾਰਿਆ ਗਿਆ ਸੀਗਾ, ਤੇ ਚੀਫ ਮਿਨਿਸਟਰ ਸਾਹਿਬ ਨੇ ਸਿਕਿਉਰਿਟੀ ਉਹਦੀ ਵਿਡਰਾਅ ਕਰਤੀ, ਅਗਲੇ ਦਿਨ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਚੀਜ਼ਾਂ ਦੀ ਕੌਣ ਤਫਤੀਸ਼ ਕਰੂਗਾ? ਸਾਨੂੰ ਤਾਂ ਇਹਦਾ ਪਤਾ ਨਹੀਂ ਹੈ, ਤੇ ਇਹਦੀ ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਤਫਤੀਸ਼ ਹੋਵੇ। ਜਿਵੇਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਮਾਰਿਆ ਗਿਆ ਸੀ ਹਰਾਰੀ, ਤੇ ਉਹਦੀ ਤਫਤੀਸ਼ UN ਨੇ ਕਰਵਾਈ ਸੀ। ਨਾਲ ਦੇ ਮੁਲਕ ਬੇਨਜ਼ੀਰ ਭੁੱਟੋ ਨੂੰ ਮਾਰਿਆ ਗਿਆ ਸੀਗਾ, ਲੋਕਾਂ ਨੂੰ ਵਿਸ਼ਵਾਸ ਸਰਕਾਰ ਦੇ ਉੱਤੇ ਨਹੀਂ ਸੀ, ਉਹਦੀ ਵੀ ਇੰਟਰਨੈਸ਼ਨਲ UN ਨੇ ਤਫਤੀਸ਼ ਕਰਵਾਈ ਸੀ ਬੀਬੀ ਭੁੱਟੋ ਦੀ। ਅਸੀਂ ਕਹਿੰਦੇ ਹਾਂ ਕਿ ਆਪਣਾ ਜਿਹੜਾ ਸਿੱਧੂ ਸਾਹਿਬ ਹੈ ਤੇ ਮੂਸੇਵਾਲ ਸਾਹਿਬ ਹੈ, ਇਹਨਾਂ ਦੀ ਤਫਤੀਸ਼ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋਣੀ ਚਾਹੀਦੀ ਹੈ, ਜਿਹੜਾ ਸਾਨੂੰ ਪਤਾ ਲੱਗ ਸਕਦੇ ਕਿ ਇਹ ਕਿਵੇਂ ਇਹਨਾਂ ਨੂੰ ਮਾਰਿਆ ਗਿਆ, ਕਿਉਂ ਨਹੀਂ ਇਹਨਾਂ ਨੂੰ ਬਚਾਇਆ ਗਿਆ। ਬਚਾ ਸਕਦੇ ਸੀਗੇ, ਸਾਰਾ ਕੁਝ ਕਰ ਸਕਦੇ ਸੀ, ਪਰ ਨਹੀਂ ਕੀਤਾ ਹੈਗਾ। ਮਾਨ ਸਾਹਿਬ, ਤੁਹਾਡੇ ਕੋਲ ਸਮਾਂ ਸਿਰਫ 1.5 ਸਾਲ ਦਾ ਹੈਗਾ, ਲੇਕਿਨ ਕੰਮ ਬਹੁਤ ਜ਼ਿਆਦਾ ਹੈਗਾ। ਇਹਦੇ ਵਿੱਚ ਸਭ ਤੋਂ ਅਹਿਮ ਮਸਲਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਵੀ ਰਹੇਗਾ। ਬਿਲਕੁਲ, ਬੰਦੀ ਸਿੰਘਾਂ ਦਾ ਟੌਪ ਰਹੂਗਾ। ਤੇ ਤੁਹਾਨੂੰ ਗਲਤੀ ਹੈ ਕਿ ਮੇਰਾ 1.5 ਸਾਲ ਹੈਗਾ, 6 ਮਹੀਨੇ ਹੋ ਇਹ ਪਏ ਹੈ, ਪੂਰਾ ਸਾਲ ਅਗਲਾ ਪਿਆ, ਤੇ 2024 ਤੋਂ ਚਲੋ ਆਪਾਂ 2 ਸਾਲ ਲੈ ਕੇ ਚੱਲਦੇ ਹਾਂ। ਹਾਂ। ਇਹਨਾਂ 2 ਸਾਲਾਂ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਰਲੀਮੈਂਟ ਦੇ ਸੈਸ਼ਨ ਵੀ 4 ਹੋਣੇ ਆ। ਫਿਰ ਕੀ ਉੱਥੇ ਬੋਲਣਾ ਹੁੰਦਾ, ਉੱਥੇ ਘੁਲਣਾ ਥੋੜੀ ਹੁੰਦਾ ਇਹ। ਪਰ ਬੰਦੀ ਸਿੱਖਾਂ ਬਾਰੇ ਨਾ, ਫਿਰ ਗੱਲ ਪਹਿਲਾਂ ਵੀ ਕੀਤੀ ਹੈ, ਹੁਣ ਵੀ ਕਰਾਂਗੇ ਉੱਥੇ ਬੰਦੀ ਸਿੰਘਾਂ ਦੀ। ਜਿਹੜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਮੇਟੀ ਬਣਾਈ ਸੀ, ਉਸ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਵੋਗੇ ਦੁਬਾਰਾ? ਪਤਾ ਨਹੀਂ, ਮੇਰੇ ਤਾਂ ਖਿਲਾਫ ਉਹਨਾਂ ਨੇ ਕੈਂਡੀਡੇਟ ਖੜਾ ਕਰਤਾ ਸੀਗਾ, ਫਿਰ ਇਹਦਾ ਮਤਲਬ ਮੈਥੋਂ ਤਾਂ ਨਹੀਂ ਉੱਥੇ ਜਾਏਗਾ ਨਾ। ਮਾਨ ਸਾਹਿਬ, ਕੁਝ ਹੋਰ ਵੀ ਮਸਲੇ ਨੇ ਜਿਹੜੇ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਹੀਂ ਹੁੰਦਾ ਉਹ ਉਠਾਉਂਦਾ। ਜਿੱਦਾਂ ਚੰਡੀਗੜ੍ਹ ਦਾ ਮਸਲਾ ਹੋ ਗਿਆ, ਪੰਜਾਬ ਦਾ ਪੰਜਾਬੀ ਬੋਲੀਆਂ ਦਾ ਹੋ ਗਿਆ, ਪਾਣੀਆਂ ਦਾ ਤੁਸੀਂ ਗੱਲ ਕਰ ਸਕਦੇ ਹੋ, ਲੇਕਿਨ ਜਦੋਂ ਸੱਤਾ 'ਚ ਹੁੰਦਾ ਉਹ ਭੁੱਲ ਜਾਂਦਾ। ਇਹਨਾਂ ਮਸਲਿਆਂ ਬਾਰੇ ਵੀ ਕੋਈ ਤੁਸੀਂ ਆਵਾਜ਼ ਉਠਾਓਗੇ ਜੀ? ਇਹ ਬਿਲਕੁਲ ਅੱਜ ਵੀ ਮੈਂ ਆਵਾਜ਼ ਉਠਾ ਰਿਹਾ ਕਿ ਇਹ ਸਾਡੇ ਜਿਹੜੇ ਵੋਟਰ ਹੈ ਉਹ ਜ਼ਿੰਮੇਵਾਰ ਹੈ, ਜਿਹੋ ਜੀ ਸਰਕਾਰ ਉਹ ਬਣਵਾਉਂਦੇ ਹੈ। ਸਰਕਾਰਾਂ ਦਾ ਨੁਕਸ ਕੋਈ ਨਹੀਂ ਹੁੰਦਾ, ਲੋਕਾਂ ਦਾ ਨੁਕਸ ਹੁੰਦਾ ਹੈ ਕਿ ਉਹ ਇਹੋ ਜੀ ਸਰਕਾਰ ਬਣਾਉਂਦੇ ਹੈ ਜਿਹੜੀ ਲੋਕਾਂ ਦੇ ਹਿੱਤ ਦੇ ਖਿਲਾਫ ਚੱਲੇ। ਸੋ ਜਿੰਨਾ ਚਿਰ ਲੋਕਾਂ ਦੇ ਵਿੱਚ ਪਛਾਣ ਨਹੀਂ ਆਉਂਦੀ, ਜਿੰਨਾ ਚਿਰ ਲੋਕ ਤਾਲੀਮ ਦੇ ਵਿੱਚ ਹਾਸਲ ਨਹੀਂ ਕਰਦੇ, ਉਨਾ ਚਿਰ ਤਾਂ ਇਹ ਕੰਮ ਹੋ ਹੀ ਜਾਊਗਾ। ਹੁਣ ਬਾਦਲ ਨੂੰ ਵੀ ਬਣਾਇਆ ਹੈ, ਇਹਨਾਂ ਨੇ ਵੀ ਬਣਾਇਆ ਹੈ, ਇਹ ਮੈਨੂੰ ਵੀ ਬਣਾਇਆ, ਮੈਂ ਬੋਲੀ ਜਾਂਦਾ, ਇਹਦੇ ਵਿੱਚ ਰੁਕਾਵਟ ਤਾਂ ਕੋਈ ਹੈ ਨਹੀਂ। ਪਰ ਇਹਨਾਂ ਦੇ ਮੂੰਹ ਨੂੰ ਟਾਂਕੇ ਕਿਉਂ ਲੱਗ ਜਾਂਦੇ ਹੈ? ਜੇ ਇਹ ਸਰਕਾਰ ਬਣਾਉਂਦੇ ਹੈ, ਸੈਂਟਰ ਤੋਂ ਡਰਦੇ ਹੈ ਕਿ ED ਦੀ ਰੇਡ ਨਾ ਪੈ ਜੇ, CBI ਦੀ ਰੇਡ ਨਾ ਪੈ ਜੇ, ਫਲਾਣੇ ਦੀ ਰੇਡ ਨਾ ਪੈ ਜੇ, ਡਰੀ ਜਾਂਦੇ ਹੈ। ਤੇ SGPC ਦੇ 328 ਮਹਾਰਾਜ ਦੇ ਸਰੂਪ ਵੇਚਦੇ ਹੈ, ਪਤਾ ਨਹੀਂ ਕੀ ਕੀਤਾ ਜੇ, ਉਹਨਾਂ ਦਾ ਪਤਾ ਨਹੀਂ ਲੱਗਿਆ ਹੈਗਾ ਆਪਾਂ ਨੂੰ। ਸੋ 11 ਸਾਲ ਤੋਂ SGPC ਦੇ, ਹੁਣ ਫਰਜ਼ ਕਰ ਲਓ ਕਿ ਪ੍ਰਧਾਨ ਸਾਹਿਬ ਅੱਜ ਹੈਗੇ SGPC ਦੇ, 11 ਸਾਲ ਤੋਂ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਨਾ ਹੋਣ, ਇਲੈਕਸ਼ਨਾਂ ਤੋਂ ਬਗੈਰ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣਨ, ਤਾਂ ਲੋਕ ਉਹਨੂੰ ਝੱਲਣਗੇ ਕਿ ਨਹੀਂ ਝੱਲਣਗੇ? ਇਹ ਤਾਂ ਸਿੱਖਾਂ ਦੀ ਜਿਹੜੀ ਇਹ ਸ਼ਰਾਫਤ ਹੈ, ਜਿਹੜੀ ਇਹਨਾਂ ਦੇ ਵਿੱਚ ਭੋਲਾ ਪਾਉਣਾ ਹੈ, ਉਹਦੇ ਕਰਕੇ ਇਹ ਪ੍ਰਧਾਨ ਪ੍ਰਧੂਨ ਚੱਲੀ ਜਾਂਦੇ ਹੈ। ਜੇ ਸਿੱਖ ਕੌਮ ਨੂੰ ਇਲਮ ਹੋਏ, ਇਹ ਤਾਂ ਛੁਟਕੀ ਮਾਰ ਕੇ ਖਤਮ ਹੋ ਸਕਦੇ ਆ ਤੇ ਇਲੈਕਸ਼ਨ ਹੋਣਗੇ। 15 ਸਪਟੈਂਬਰ ਨੂੰ ਜਮਹੂਰੀਅਤ ਦਿਵਸ ਹੈ, UN ਨੇ ਡਿਕਲੇਅਰ ਕੀਤਾ।
ਇੱਥੇ ਅਸੀਂ ਬਹੁਤ ਵੱਡਾ ਇਕੱਠ ਕਰਨਾ ਹੈ ਦਰਬਾਰ ਸਾਹਿਬ ਦੇ ਅੱਗੇ। ਇੱਥੇ ਆ ਜਿਹੜੇ ਇਹ ਫੁਹਾਰੇ ਭੂਰੇ ਲੱਗੇ ਆ ਤੇ ਤੁਸੀਂ ਸਾਰੇ ਆਇਓ। ਅਸੀਂ ਕਹਿੰਦੇ ਹਾਂ ਕਿ ਸਾਡੀ ਜਮਹੂਰੀਅਤ ਸਿੱਖ ਕੌਮ ਦੀ ਖਤਮ ਕੀਤੀ ਗਈ ਹੈ। ਸਾਡੇ ਬੰਦੀ 30 ਸਾਲਾਂ ਤੋਂ ਅੰਦਰ ਹੈਗੇ ਹੈ। ਜਿਸ ਨੇ ਰਾਜੀਵ ਗਾਂਧੀ ਨੂੰ ਮਾਰਿਆ ਸੀ ਉਸ ਨੂੰ ਤਾਂ ਜੇਲ੍ਹ ਦੇ ਵਿੱਚੋਂ ਕੱਢ ਦਿੱਤਾ, ਪਰ ਮੇਰਾ ਮਤਲਬ ਹੈ ਕਿ ਸਾਡੇ ਬੰਦਿਆਂ ਨੇ ਤਾਂ ਕਿਸੇ ਨੂੰ ਨਹੀਂ ਮਾਰਿਆ, ਉਹਨਾਂ ਨੂੰ ਅਜੇ ਤੱਕ ਇਹ ਜੇਲ੍ਹ ਦੇ ਵਿੱਚ 30 ਸਾਲ ਪਾਈ ਰੱਖਿਆ। ਇਹ ਤਾਂ ਨਜਾਇਜ਼ ਹੈ। ਅਸੀਂ ਹਮੇਸ਼ਾ ਖਾਲਿਸਤਾਨ ਦੀ ਡਿਮਾਂਡ ਕਰਦੇ ਜੀ, ਸਿੱਖ ਕੌਮ ਨੂੰ ਦੇ ਹੱਕ ਦਿਵਾਉਣ ਲਈ ਕਿ ਹੁਣ ਅੱਗੇ ਜਾ ਕੇ ਗੱਲ ਕੀਤੀ ਜਾਏਗੀ ਲੋਕ ਸਭਾ ਜੀ ਦੇ ਬਾਰੇ। ਸਾਧ ਸਾਹਿਬ ਜਿਹੜੀ ਗੱਲ ਚੱਲ ਪਈ ਨਾ ਉਹ ਚੁੱਪ ਕੀਤੀ ਨਹੀਂ, ਵਿੱਚ ਵਿਚਾਲੇ ਨਹੀਂ ਇਹ ਹਟਦੀ ਹੁੰਦੀ ਹੈ ਨਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਵਾਰੀ ਗੱਲ ਚੱਲ ਪਏ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੀ ਸ਼ਹਾਦਤ ਦੇ ਦੇਣ, ਫੌਜ ਰੂਸ ਦੀ ਆ ਜੇ, ਬਰਤਾਨੀਆ ਦੀ ਆ ਜੇ, ਇੰਡੀਆ ਦੀ ਆ ਜੇ ਤੇ ਹਜ਼ਾਰਾਂ ਸਿੱਖਾਂ ਨੂੰ ਮਾਰ ਦੇਵੇ ਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਆਪਣਾ ਲਹੂ ਦੇ ਸਕਣ, ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਹੈ, ਤਾਂ ਫਿਰ ਇਹ ਗੱਲ ਕਿਵੇਂ ਰੁਕੂਗੀ? ਮਾਨ ਸਾਹਿਬ, ਕੌਮ ਦੇ ਮਸਲਿਆਂ ਬਾਰੇ ਤੁਸੀਂ ਹਮੇਸ਼ਾ ਬੁਲੰਦ ਆਵਾਜ਼ ਉਠਾਉਂਦੇ ਹੋ, ਲੇਕਿਨ ਮੇਨ ਮੁੱਦਾ ਇੱਕ ਰੋਟੀ ਕੱਪੜੇ ਮਕਾਨ ਦਾ ਬਣਿਆ। ਜਨਤਾ ਨੂੰ ਬਹੁਤ ਮਹਿੰਗਾਈ ਹੋਈ ਹੈ, ਪੈਟਰੋਲ ਡੀਜ਼ਲ ਵੱਧ ਗਿਆ, ਗੈਸ ਵੱਧ ਗਈ ਆ, ਉਹਦੇ ਵਧਣ ਨਾਲ ਟਰਾਂਸਪੋਰਟ ਵੱਧ ਗਈ ਹੈ, ਜਿਹੜੀਆਂ ਖਾਦ ਪਦਾਰਥ ਨੇ ਮਹਿੰਗੇ ਹੋ ਗਏ ਨੇ। ਲੋਕੀ ਮੈਂ ਹਮੇਸ਼ਾ ਐਜੂਕੇਸ਼ਨ ਮਹਿੰਗੀ ਹੈ। ਮੈਂ ਗਰੀਬਾਂ ਦੀ ਗੱਲ ਕਰਦਾ ਕਿ ਇਹ ਰੋਟੀ ਕੱਪੜਾ ਮਕਾਨ ਇੰਦਰਾ ਗਾਂਧੀ ਨੇ ਸਲੋਗਨ ਦਿੱਤਾ ਸੀ, ਪਰ ਅਜੇ ਤੱਕ ਉਸ ਨੂੰ ਅੱਗੇ ਨਹੀਂ ਲਾਇਆ ਗਿਆ। ਤੁਸੀਂ ਸਾਰੇ ਸ਼ਹਿਰ 'ਚ ਰਹਿੰਦੇ ਹੋ, ਵਧਾਈ ਹੈ ਤੁਹਾਨੂੰ, ਪਰ ਪਿੰਡਾਂ 'ਚ ਜਾ ਕੇ ਦੇਖੋ ਜਿਹੜੇ ਸਾਡੇ ਰੰਗਰੇਟੇ ਸਿੱਖ ਹੈ ਉਹਨਾਂ ਦੇ ਕੋਲ ਸਿਰਫ ਇੱਕ ਕਮਰਾ ਹੈਗਾ। ਉਹਦੇ ਵਿੱਚ ਰਾਤ ਨੂੰ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੀ ਨੂੰਹ ਤੇ ਮੁੰਡਾ ਵੀ ਉੱਥੇ ਸੌਂਦੇ ਹੈ। ਜੇ ਧੀ ਤੇ ਜਵਾਈ ਆ ਜਾਏ ਉਹ ਵੀ ਉੱਥੇ ਸੌਂਦੇ ਹੈ। ਤੇ ਸਿਆਲ 'ਚ ਜਦੋਂ ਕੜਾਕੇ ਦੀ ਠੰਡ ਪੈ ਜੇ ਫਿਰ ਉਹਨਾਂ ਦੀ ਮੱਝ ਵੀ ਅੰਦਰ ਆ ਜਾਂਦੀ ਹੈ। ਮੇਰਾ ਮਤਲਬ ਹੈ 75 ਸਾਲ ਕਹਿੰਦੇ ਹੈ ਕਿ ਸਾਨੂੰ ਆਜ਼ਾਦੀ ਮਿਲ ਗਈ ਹੈ। ਸਵਾਹ ਆਜ਼ਾਦੀ ਹੈ ਕਿ ਜਿਹੜੇ ਇਹ ਗਰੀਬ ਆਦਮੀ ਹੈ ਉਹਨਾਂ ਦੀ ਮੱਝ ਵੀ ਉਹਨਾਂ ਦੇ ਕਮਰੇ 'ਚ ਰਾਤ ਨੂੰ ਸੋਏ। ਤੇ ਇਹ ਤਾਂ ਜਹੰਨਮ ਦੀ ਜ਼ਿੰਦਗੀ ਹੈ ਜਿਹੜੇ ਐਸੇ ਗਰੀਬ ਆਦਮੀ ਇੱਥੇ ਰਹਿ ਰਹੇ ਹੈ ਤੇ ਸਰਕਾਰ ਨੇ ਅਜੇ ਤੱਕ ਡੱਕਾ ਨਹੀਂ ਤੋੜਿਆ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਵਧੀਆ ਕਰਨ ਦੇ ਲਈ। ਤੇ ਐਜੂਕੇਸ਼ਨ ਤੋਂ ਬਗੈਰ ਆਪਾਂ ਨਹੀਂ ਅੱਗੇ ਚੱਲ ਸਕਦੇ। ਇਸ ਕਰਕੇ ਮੈਂ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲਈ ਬਣੀ ਹੋਈ ਹੈ, ਚੰਡੀਗੜ੍ਹ, ਇਹ ਪੰਜਾਬ ਦੇ ਵਿੱਚ ਰਹਿਣੀ ਚਾਹੀਦੀ ਹੈ। ਸੈਂਟਰ ਹਰੇਕ ਚੀਜ਼ ਪੰਜਾਬ ਦੀ ਚੱਕ ਕੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ, ਰਾਜਸਥਾਨ ਦੇ, ਹਿਮਾਚਲ ਪ੍ਰਦੇਸ਼ ਦੇ, ਇਹ ਸਾਰੇ ਹਿਮਾਚਲ ਨੂੰ ਦੇਤੇ ਹੈ, ਹਰਿਆਣੇ ਨੂੰ ਦੇਤੇ ਹੈ, ਰਾਜਸਥਾਨ ਨੂੰ ਦੇਤੇ ਹੈ। ਚੰਡੀਗੜ੍ਹ ਸਾਥੋਂ ਖੋਇਆ ਗਿਆ ਪਾਣੀ ਜਿਹੜਾ ਕੌਨਸਟੀਟਿਊਸ਼ਨਲ ਰਾਈਟ ਹੈ, ਰਿਪੇਰੀਅਨ ਲਾਅ ਹੈ, ਉਹਦੇ ਮੁਤਾਬਕ ਜਿਹੜੀ ਨਦੀ ਤੇ ਦਰਿਆ ਕਿਸੇ ਸੂਬੇ ਦੇ ਵਿੱਚੋਂ ਵਹਿੰਦੇ ਹੋਣ ਉਸੇ ਸੂਬੇ ਦੀ ਮਲਕੀਅਤ ਹੁੰਦੀ ਹੈ ਜਿਹਦੇ ਵਿੱਚੋਂ ਦਰਿਆ ਲੰਘਦੇ ਆ। ਪਰ ਇੱਥੇ ਉਲਟਾ ਹੀ ਕੰਮ ਹੈਗਾ, ਸੰਵਿਧਾਨ ਦੇ ਖਿਲਾਫ ਚੱਲੀ ਜਾਂਦੇ ਆ। ਮੈਨੂੰ ਕਹਿੰਦੇ ਆ ਕਿ ਤੂੰ ਸੰਵਿਧਾਨ ਦੇ ਵਿੱਚ ਨਹੀਂ ਮੰਨਦਾ। ਹੁਣ ਦੱਸੋ ਜਿਹੜਾ ਸੰਵਿਧਾਨ 120 ਵਾਰੀ ਉਹਨੂੰ ਤਬਦੀਲ ਕੀਤਾ ਗਿਆ ਹੋਵੇ ਤੇ ਉਸ ਦੇ ਉੱਤੇ ਰਿਹਾ ਨਾ ਹੋਵੇ ਤੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰ ਦਿਓ, ਸੁਪਰੀਮ ਕੋਰਟ ਕਹਿੰਦੇ ਕਿ ਜੀ ਇਹਦੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ, ਤਾਂ ਫਿਰ ਮੇਰਾ ਮਤਲਬ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ, ਕੋਈ ਵੀ ਸਟੇਟਸ ਦੇ ਵਿੱਚ ਜਿੰਨੀਆਂ ਹਾਈ ਕੋਰਟਸ ਨੇ ਉੱਥੇ ਚੀਫ ਜਸਟਿਸ ਸਿੱਖ ਨਹੀਂ ਹੈ, ਜਿੰਨੇ ਵੀ ਆਰਮੀ ਕਮਾਂਡਰਸ ਹੈ ਉਹਨਾਂ ਦੇ ਵਿੱਚੋਂ ਕੋਈ ਸਿੱਖ ਨਹੀਂ, ਨੇਵੀ ਦੇ ਵਿੱਚ ਨਹੀਂ ਹੈ, 에ਅਰ ਫੋਰਸ ਦੇ ਵਿੱਚ ਨਹੀਂ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖ ਕਿੱਥੇ ਜਾਣਗੇ ਤੇ ਇਹਨਾਂ ਦਾ ਫਿਊਚਰ ਕੀ ਹੈ ਇਸ ਇੰਡੀਆ ਦੇ ਵਿੱਚ, ਇਹ ਸਾਡਾ ਫਿਕਰਯੋਗ ਹੈ। ਸਾਡੇ ਬੱਚੇ ਹਿਜਰਤ ਕਰ ਰਹੇ ਹੈ, ਬਾਹਰ ਦੇ ਮੁਲਕਾਂ ਨੂੰ ਜਾ ਰਹੇ ਹੈ। ਉਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਬਣਨ ਤੋਂ ਬਾਅਦ ਲੋਕਾਂ ਨੂੰ ਅਕਲ ਆ ਗਈ ਹੈ ਕਿ ਦੂਜਾ ਟਿਕਾਣਾ ਸਾਡਾ ਕਿਤੇ ਹੋਣਾ ਚਾਹੀਦਾ, ਤੇ ਉਹ ਆਪਣੇ ਮਾਂ ਆਪਣੀ ਕੁੜੀ ਪੁੱਤ ਭੇਜ ਰਹੇ ਹੈ ਕਿ ਜੇ ਇੱਥੋਂ ਫੇਰ ਹਿਜਰਤ ਕਰਨੀ ਪਈ ਸਾਡਾ ਘਰ ਬਾਹਰ ਦੇ ਮੁਲਕ ਦੇ ਵਿੱਚ ਕੋਈ ਨਾ ਕੋਈ ਹੋਊਗਾ ਟਿਕਾਣਾ ਜਿੱਥੇ ਅਸੀਂ ਜਾ ਕੇ ਸਾਹ ਲੈ ਸਕਾਂਗੇ। ਇੱਥੇ ਸਿੱਖਾਂ ਦੀ
ਹਿਜਰਤ ਹੋ ਰਹੀ ਹੈ ਬਾਹਰ ਦੇ ਮੁਲਕਾਂ ਨੂੰ। ਅੱਜ ਮੈਂ ਮਹਾਰਾਜ ਦਾ ਸ਼ੁਕਰ ਕਰਨ ਆਇਆ ਹਾਂ, ਅੱਜ ਮੈਂ ਮਹਾਰਾਜ ਦਾ ਸ਼ੁਕਰ ਕਰਨ ਆਇਆ ਜਿਹੜਾ ਫਤਿਹ ਬਖਸ਼ੀ ਹੈ ਮੈਨੂੰ, ਤੇ ਹੁਣ ਮੈਂ ਉੱਧਰ ਜਾ ਕੇ ਮੱਥਾ ਟੇਕਦਾ ਹੈ ਮਹਾਰਾਜ ਦੇ ਹਜ਼ੂਰ। ਤੇ ਮਹਾਰਾਜ ਨੇ ਕਿਹਾ ਸ਼ਸਤਰੋਂ ਕੇ ਅਧੀਨ ਹੈ ਰਾਜ, ਅਕਾਲ ਤਖਤ ਸਾਹਿਬ ਤੇ ਸ਼ਸਤਰਾਂ ਨੂੰ ਵੀ ਮੱਥਾ ਟੇਕਾਂਗੇ। ਤੇ ਫਿਰ ਉਸ ਤੋਂ ਬਾਅਦ ਜੋ ਕੋਈ ਗੱਲ ਹੋਈ, ਜੇ ਤੁਸੀਂ ਹੁਣ ਪੁੱਛਣੀ ਹੈ ਤਾਂ ਪੁੱਛ ਲਓ। ਹਾਂਜੀ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਗੈਂਗਵਾਰ ਜ਼ਿਆਦਾ ਵੱਧ ਗਈ। ਹਾਂ, ਮੇਰਾ ਮਤਲਬ ਹੈ ਕਿ ਇਹ ਕੰਟਰੋਲ 'ਚ ਸਥਿਤੀ ਨਹੀਂ ਆਈ, ਕਿਉਂ ਕਰਕੇ ਮੂਸੇਵਾਲ ਸਾਹਿਬ ਦਾ ਤੇ ਸਿੱਧੂ ਸਾਹਿਬ ਦਾ ਜਿਹੜਾ ਕਤਲ ਹੋਇਆ ਹੈ ਉਹ ਬਹੁਤ ਸੰਗੀਨ ਹੈ ਤੇ ਉਹ ਡੇਂਜਰਸ ਹੈ, ਤੇ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੀ ਤਫਤੀਸ਼ ਹੋਣੀ ਚਾਹੀਦੀ ਹੈ। ਜਿੰਨੇ ਵੀ ਸਿੱਖ ਇਸ ਇੰਟਰਵਿਊ ਨੂੰ ਸੁਣ ਰਹੇ ਆ ਬਾਹਰ ਦੇ ਮੁਲਕਾਂ 'ਚ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਆਪਣੀ ਪਾਰਲੀਮੈਂਟ, ਆਪਣੇ ਪੋਲੀਟੀਸ਼ੀਅਨਸ ਦੇ ਕੋਲੇ ਦਰਖਾਸਤਾਂ ਦੇਣ ਕਿ ਇਹਨਾਂ ਦੋਨਾਂ ਦੀ ਤਫਤੀਸ਼ ਇੰਟਰਨੈਸ਼ਨਲ ਪੱਧਰ 'ਤੇ ਹੋਣੀ ਚਾਹੀਦੀ ਹੈ। ਜਿਵੇਂ ਬੀਬੀ ਬੇਨਜ਼ੀਰ ਦੀ ਹੋਈ ਸੀ ਤੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੇ ਦੀ ਹੋਈ ਸੀ, ਇਹ ਤਫਤੀਸ਼ ਅਸੀਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੰਗਦੇ ਹਾਂ। ਨਹੀਂ, ਸਾਡਾ ਕਹਿਣ ਤੋਂ ਸਵਾਲ ਸੀਗਾ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਹ ਬਹੁਤ ਖਰਾਬ ਹੈ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਜਿਵੇਂ ਤੁਸੀਂ ਦੇਖਦੇ ਹੋ ਉਹੋ ਜਿਹੀ ਅੱਖ ਤੁਸੀਂ ਤਾਂ ਮੇਰੀ ਲੀਡਰ ਹੋ ਜੀ। ਮੇਰੀ ਅੱਖ ਤੁਹਾਡੇ ਵਰਗੀ ਵੀ ਹੈ। ਜੇ ਤੁਹਾਨੂੰ ਠੀਕ ਹੈ, ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬੜੇ ਉਹ ਤਾਂ ਨੈਚੁਰਲ ਹੈ ਜੀ, ਜੇ ਨਹੀਂ ਠੀਕ ਹੈਗੀ ਇਹ ਸਾਰਾ ਕੁਝ ਦੀਪ ਗੜਬੜ। ਸਿੱਧੂ ਤੇ ਸਿੱਧੂ ਮੂਸੇਵਾਲਾ ਹੀ ਨਹੀਂ, ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਕਤਲ ਹੋ ਰਿਹਾ ਹੈ। ਹਾਂ, ਹੋ ਰਿਹਾ ਹੈ। ਤੇ ਉਸ ਫਿਰ ਕਤਲਾਂ ਤੋਂ ਵਾਸਤੇ ਸਰਕਾਰ ਨੂੰ ਤੁਸੀਂ ਕੀ ਮੈਸੇਜ ਦੇਣਾ? ਸਰਕਾਰ ਨੂੰ ਇਹ ਮੈਸੇਜ ਹੈ ਕਿ ਤੁਸੀਂ ਆਪਣਾ ਲਾਅ ਐਂਡ ਆਰਡਰ ਠੀਕ ਕਰੋ। ਦਿੱਲੀ ਤੋਂ ਸਨੇਹ ਲੈ ਕੇ ਪੰਜਾਬ ਨੂੰ ਨਾ ਚਲਾਓ, ਤੁਸੀਂ ਆਪਣੀ ਮਰਜ਼ੀ ਦੇ ਨਾਲ ਚਲਾਓ ਤੇ ਸਾਰਾ ਕੁਝ ਤੇ ਠੀਕ ਜਿਹੜੇ ਹੋਊਗਾ। ਸਮਝੌਤੇ ਕਰਦੇ ਪਏ ਨੇ ਜੀ, ਉਹ ਸਾਡੇ ਨੌਲੇਜ ਸ਼ੇਅਰ ਦੇ ਮੁੱਖ ਮੰਤਰੀ ਸਾਹਿਬ ਉਹਨੂੰ ਕਿਦਾਂ ਜਿਹੜੇ ਨੌਲੇਜ ਨੌਲੇਜ ਸ਼ੇਅਰ ਕਰਦੇ ਪਏ ਨੇ ਦਿੱਲੀ ਦੇ ਅਫਸਰਸ਼ਾਹੀ ਦੇ ਨਾਲ, ਕੇਜਰੀਵਾਲ ਦੇ ਨਾਲ? ਉਹ ਤਾਂ ਤੁਹਾਨੂੰ ਪਤਾ ਹੀ ਹੈ। ਫਿਰ ਤੁਸੀਂ ਉਹਨਾਂ ਨੂੰ ਤਾਂ ਜਦੋਂ ਆਉਂਦੇ ਹੱਸ ਕੇ ਮਿਲਦੇ ਹੋ, ਫਿਰ ਇਹ ਜੇ ਮੂੰਹ ਵੱਟ ਲਓਗੇ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਮੈਂ ਠੀਕ ਨਹੀਂ ਕੰਮ ਕਰਦਾ। ਠੀਕ ਹੈ ਜੀ।